Hello friends, welcome to Pahadi Boy Classes. ਗੁਰਦੇਵ ਚੰਦ ਜੂਨ 1986 ਵਿੱਚ ਇੰਗਲੈਂਡ ਵਸਦੀ ਆਪਣੀ ਪਤਨੀ ਕੈਥਰੀਨ ਨੂੰ ਚਿੱਠੀ ਲਿਖਦਾ ਹੈ ਕਿ ਉਸ ਨੂੰ ਭਾਰਤ ਵਿਚਲੇ ਆਪਣੇ ਪਿੰਡ ਆਏ ਨੂੰ 16 ਦਿਨ ਹੋ ਗਏ ਹਨ। ਉਸ ਨੂੰ ਅਜੇ ਪਤਾ ਨਹੀਂ ਕਿ ਕਿੰਨੇ ਦਿਨ ਹੋਰ ਲੱਗ ਜਾਣ, ਕਿਉਂਕਿ ਚਾਚਾ ਜੀ ਦੀ ਹਾਲਤ ਪਹਿਲਾਂ ਵਰਗੀ ਹੀ ਹੈ ਤੇ ਉਹ ਉਹਨਾਂ ਨੂੰ ਇਸ ਹਾਲਤ ਵਿੱਚ ਛੱਡ ਕੇ ਨਹੀਂ ਆ ਸਕਦਾ। ਉਹ ਲਿਖਦਾ ਹੈ ਕਿ ਸਵੇਰ ਦੇ 9 ਵਜੇ ਹਨ। ਗਰਮੀ ਕੱਟਣੀ ਸ਼ੁਰੂ ਹੋ ਗਈ ਹੈ। ਤਿਉਹਾਰਾਂ ਦਾ ਮਹੀਨਾ ਆ ਰਿਹਾ ਹੈ। ਜੇਕਰ ਉਹ ਉਸ ਦੇ ਨਾਲ ਆ ਜਾਂਦੀ ਤਾਂ ਉਸ ਦੇ ਤੰਗ ਹੋਣ ਵਾਲੀ ਕੋਈ ਗੱਲ ਨਹੀਂ ਸੀ। ਉਹ ਦੁਸਹਿਰੇ ਤੇ ਦੀਵਾਲੀ ਦਾ ਸਵਾਦ ਵੇਖ ਸਕਦੀ ਸੀ ਤੇ ਨਾਲ ਹੀ ਫਿਰ ਤੁਰ ਕੇ ਪਿੰਡ ਵੀ। ਉਹ ਇੰਗਲੈਂਡ ਵਿੱਚ ਵਸਦੇ ਭਾਰਤੀਆਂ ਜਾਂ ਉਸ ਦੇ ਨਾਲ ਰਹਿ ਕੇ ਉਹਨਾਂ ਦੀ ਸੋਚ ਬਾਰੇ ਬਹੁਤਾ ਕੁਝ ਨਹੀਂ ਜਾਣ ਸਕਦੀ ਹੈ। ਹੁਣ ਚਾਚਾ ਜੀ ਦਵਾਈ ਖਾ ਕੇ ਸੌਂ ਗਏ ਹਨ, ਨਹੀਂ ਤਾਂ ਉਹ ਗੱਲਾਂ ਕਰਦੇ, ਸਵਾਲ ਕਰਦੇ, ਹੁਕਮ ਦਿੰਦੇ ਤੇ ਨਸੀਹਤਾਂ ਕਰਦੇ ਹਨ, ਜਿਵੇਂ ਉਹ ਸਾਰੀ ਉਮਰ ਦਾ ਨਿਚੋੜ ਦੱਸਣ ਲਈ ਕਾਹਲੇ ਹੋਣ, ਜਿਸ ਤੋਂ ਬਿਨਾਂ ਨਵੀਂ ਨਸਲ ਦਾ ਜਿਉਣਾ ਔਖਾ ਹੋ ਸਕਦਾ ਹੈ। ਆਮ ਭਾਰਤੀ ਵਾਂਗ ਉਹ ਮੌਤ ਤੋਂ ਬਹੁਤ ਡਰਦੇ ਹਨ। ਉਹ ਆਤਮਾ ਦੇ ਅਮਰ ਹੋਣ ਤੇ ਸਰੀਰ ਦੇ ਨਾਸ਼ਵਾਨ ਹੋਣ ਦੇ ਗੀਤਾ ਗਿਆਨ ਜਾਂ ਕਿਸੇ ਹੋਰ ਧਰਮ ਉਪਦੇਸ਼ ਦਾ ਸਹਾਰਾ ਲੱਭ ਰਹੇ ਹਨ। ਉਹਨਾਂ ਦੀ ਨੰਗੀ ਪਿੱਠ ਉਸ ਵੱਲ ਹੈ ਤੇ ਉਸ ਨੂੰ ਸਾਰੀਆਂ ਹੱਡੀਆਂ ਦਿਸ ਰਹੀਆਂ ਹਨ। ਉਹਨਾਂ ਨੂੰ ਸਾਹ ਕੱਸ ਕੇ ਆ ਰਿਹਾ ਹੈ। ਚਾਚੀ ਦੂਜੇ ਕਮਰੇ ਵਿੱਚ ਪਾਠ ਕਰ ਰਹੀ ਹੈ। ਭੈਣ ਗੋਮਤੀ ਵੀ ਆਈ ਹੋਈ ਹੈ। ਉਹ ਤਿੰਨੇ ਉਹਨਾਂ ਦੀ ਸੇਵਾ ਕਰ ਰਹੇ ਹਨ। ਚਾਚਾ ਜੀ ਕਦੇ ਆਪਣੇ ਆਪ ਨੂੰ ਸਮਝਾਉਣ ਲਈ ਮਿਰਜ਼ਾ ਗਾਲਿਬ ਦਾ ਸ਼ੇਰ ਪੜ੍ਹਦੇ ਹਨ, ਜਿਸ ਦਾ ਅਰਥ ਹੈ, ਮੌਤ ਤੋਂ ਛੁੱਟ ਜ਼ਿੰਦਗੀ ਦੇ ਦੁੱਖ ਦਾ ਹੋਰ ਕੋਈ ਇਲਾਜ ਨਹੀਂ। ਉਹ ਉਸ ਨੂੰ ਸਮਝਾਉਣ ਲੱਗ ਪੈਂਦੇ ਹਨ ਕਿ ਮੌਤ ਹੀ ਆਖਰੀ ਇਲਾਜ ਹੈ। ਜ਼ਿੰਦਗੀ ਦੀ ਇਸ ਸ਼ਮਾ ਨੇ ਸਵੇਰ ਤੱਕ ਬਲਣਾ ਹੈ। ਇਸ ਤਰ੍ਹਾਂ ਉਹ ਮੌਤ ਨੂੰ ਸਵੇਰਾ ਕਹਿੰਦੇ ਹਨ। ਇਹ ਵੀ ਉਹਨਾਂ ਦੀ ਮੌਤ ਦੇ ਡਰ ਤੋਂ ਮੁਕਤ ਹੋਣ ਦੀ ਇੱਕ ਕੋਸ਼ਿਸ਼ ਲੱਗਦੀ ਹੈ। ਅੱਜ ਜਦੋਂ ਉਹ ਸਵੇਰੇ ਜਾਗੇ ਸਨ ਤਾਂ ਆਪਣੀਆਂ ਲੱਤਾਂ ਦਾ ਲਟਕਦਾ ਮਾਸ ਫੜ ਕੇ ਕਹਿਣ ਲੱਗੇ ਕਿ ਇਸ ਤਰ੍ਹਾਂ ਮਾਸ ਹੱਡਾਂ ਨੂੰ ਛੱਡ ਦਿੰਦਾ ਹੈ। ਪੁਰੂ ਦੀ ਗਰਦਨ ਦਾ ਮਾਸ ਵੀ ਇਸੇ ਤਰ੍ਹਾਂ ਲਟਕਣ ਲੱਗ ਪਿਆ ਹੈ। ਪੁਰੂ ਉਹਨਾਂ ਦਾ ਡੰਗ ਜਿਹਾ ਬੁੱਢਾ ਬਿਮਾਰ ਕੁੱਤਾ ਹੈ। ਉਸ ਨੂੰ ਗਰਮੀ ਲੱਗਦੀ ਹੈ ਤਾਂ ਨਿੰਮ ਹੇਠ ਜਾ ਲੇਟਦਾ ਹੈ। ਮੱਖੀਆਂ ਲੜਦੀਆਂ ਹਨ ਤਾਂ ਤੂੜੀ ਵਾਲੇ ਕੋਠੇ ਵਿੱਚ ਜਾ ਬੈਠਦਾ ਹੈ। ਉਸਨੇ ਵੀ ਚਾਚਾ ਜੀ ਵਾਂਗ ਖਾਣਾ ਪੀਣਾ ਛੱਡਿਆ ਹੋਇਆ ਹੈ। ਚਾਚਾ ਜੀ ਨੂੰ ਵਹਿਮ ਹੈ ਕਿ ਉਹਨਾਂ ਦੋਹਾਂ ਨੇ ਇਕੱਠਿਆਂ ਮਰਨਾ ਹੈ। ਇਸੇ ਕਰਕੇ ਥੋੜੇ ਚਿਰ ਮਗਰੋਂ ਉਹ ਉਸ ਦੀ ਖਬਰ ਲੈਂਦੇ ਰਹਿੰਦੇ ਹਨ। ਇੱਕ ਦਿਨ ਚਾਚਾ ਜੀ ਉਹਨੂੰ ਕਹਿਣ ਲੱਗੇ ਕਿ ਮੌਤ ਇੱਕ ਅਨੰਤ ਨੀਂਦ ਹੈ। ਫਿਰ ਪਤਾ ਨਹੀਂ ਕੀ ਹੋਣਾ ਹੁੰਦਾ ਤੇ ਕਿਹੜਾ ਜਨਮ ਲੈਣਾ ਹੁੰਦਾ ਹੈ। ਕੋਈ ਜਨਮ ਹੁੰਦਾ ਵੀ ਹੈ ਜਾਂ ਨਹੀਂ। ਉਹਨਾਂ ਕਿਹਾ ਕਿ ਉਹਨਾਂ ਨੂੰ ਤਾਂ ਇਹ ਸਭ ਗੱਲਾਂ ਝੂਠ ਲੱਗਦੀਆਂ ਹਨ। ਉਹ ਉਹਨਾਂ ਨੂੰ ਆਪਣੇ ਵਿਸ਼ਵਾਸ ਦੇ ਉਲਟ ਉਹਨਾਂ ਨੂੰ ਧਰਵਾਸ ਦੇਣ ਲਈ ਇਹ ਨਹੀਂ ਕਹਿ ਸਕਦਾ ਕਿ ਦੂਜਾ ਜਨਮ ਹੁੰਦਾ ਹੈ ਜਾਂ ਮਨੁੱਖ ਨੂੰ ਮਨੁੱਖ ਦਾ ਜਨਮ ਹੀ ਮਿਲਦਾ ਹੈ। ਕਈ ਵਾਰੀ ਉਹ ਚਾਹੁੰਦਾ ਹੈ ਕਿ ਉਹ ਝੂਠੀਆਂ ਗੱਲਾਂ ਹੀ ਕਹੀ ਜਾਵੇ, ਜਿਨ੍ਹਾਂ ਨਾਲ ਉਹਨਾਂ ਨੂੰ ਸੁੱਖ ਮਿਲਦਾ ਹੋਵੇ। ਉਂਝ ਬੜੀ ਉਮਰ ਤੱਕ ਉਸਦੇ ਇਹ ਰਿਟਾਇਰਡ ਮਾਸਟਰ ਚਾਚਾ ਜੀ ਵੀ ਮੰਨਦੇ ਰਹੇ ਕਿ ਦੂਜਾ ਜਨਮ ਨਹੀਂ ਹੁੰਦਾ। ਚੰਗੇ ਮੰਦੇ ਕਰਮਾਂ ਦੇ ਫਲ ਇੱਥੇ ਹੀ ਭੋਗ ਲਏ ਜਾਂਦੇ ਹਨ। ਪਰੰਤੂ ਹੁਣ ਇਸ ਉਲਝਣ ਵਿੱਚ ਜਾਪਦੇ ਹਨ। ਕੱਲ ਕਹਿਣ ਲੱਗੇ ਕਿ ਨਾ ਮੈਂ ਮੰਦੇ ਕਰਮਾਂ ਦਾ ਫਲ ਭੋਗਿਆ ਹੈ ਤੇ ਨਾ ਹੀ ਚੰਗਿਆਂ ਦਾ। ਉਹਨਾਂ ਨੂੰ ਇਸ ਜਨਮ ਵਿੱਚ ਕੀਤੇ ਮਾੜੇ ਕੰਮਾਂ ਦੀ ਸਜ਼ਾ ਤੱਕ ਨਹੀਂ ਮਿਲੀ। ਜਦੋਂ ਉਸ ਗੁਰਦੇਵ ਨੇ ਉਹਨਾਂ ਨੂੰ ਹੈਰਾਨੀ ਨਾਲ ਪੁੱਛਿਆ ਕਿ ਉਹਨਾਂ ਕਿਹੜੇ ਮਾੜੇ ਕੰਮ ਕੀਤੇ ਹਨ ਤਾਂ ਕਹਿਣ ਲੱਗੇ ਕਿ ਮਾੜੇ ਕੰਮ ਉਹਨਾਂ ਨੇ ਵੀ ਕੀਤੇ ਹਨ ਤੇ ਉਹਨਾਂ ਦੇ ਪੂਰਵਜਾਂ ਨੇ ਵੀ, ਇਹ ਜੋ ਉਹ ਹੋਰਨਾਂ ਤਿੰਨਾਂ ਵਰਨਾਂ ਜਾਤਾਂ ਨੂੰ ਆਪਣੇ ਤੋਂ ਨੀਵੇਂ ਸਮਝਦੇ ਹਨ। ਇਹ ਕੋਈ ਘੱਟ ਨੀਚ ਕਰਮ ਨਹੀਂ। ਉਹ ਉਸ ਨੂੰ ਕਹਿਣ ਲੱਗੇ ਕਿ ਉਹ ਗੁਰਦੇਵ ਇਸ ਪਾਪ ਤੋਂ ਬਚ ਗਿਆ ਹੈ। ਇਹ ਕਹਿ ਕੇ ਉਹ ਪਛਤਾਤਾਪ ਕਰਦੇ ਹਨ ਤੇ ਫਿਰ ਉਸ ਨੂੰ ਕਾਹਲੀ ਨਾਲ ਹੁੱਕਾ ਭਰ ਕੇ ਦੇਣ ਲਈ ਕਹਿਣ ਲੱਗੇ। ਉਹ 2 ਘੁੱਟ ਲੈਣੇ ਚਾਹੁੰਦੇ ਸਨ। ਉਹਨਾਂ ਉਸ ਨੂੰ ਕਿਹਾ ਕਿ ਉਹ ਡਾਕਟਰ ਦੀ ਗੱਲ ਕਹਿ ਕੇ ਉਸ ਨੂੰ ਜਵਾਬ ਨਾ ਦੇਵੇ। ਜੇ ਮਰਨਾ ਹੀ ਹੈ ਤਾਂ ਭਾਵੇਂ ਫੇਫੜੇ ਕੰਮ ਕਰਨੋਂ ਹਟ ਜਾਣ ਤੇ ਭਾਵੇਂ ਦਿਲ, ਕੀ ਫਰਕ ਪੈਂਦਾ ਹੈ। ਡਾਕਟਰ ਨੇ ਚਾਚਾ ਜੀ ਨੂੰ ਹੁੱਕੇ ਦੀ ਸਖਤ ਮਨਾਹੀ ਕੀਤੀ ਸੀ। ਉਹ ਗੁਰਦੇਵ ਉਹਨਾਂ ਦੇ ਤਰਲੇ ਝੱਲ ਨਾ ਸਕਿਆ। ਉਸਨੇ ਚਿਲਮ ਭਰ ਕੇ ਹੁੱਕਾ ਅੱਗੇ ਲਿਆ ਰੱਖਿਆ। ਉਹ ਹੈਰਾਨ ਰਹਿ ਗਿਆ ਕਿ ਜਿਹੜੇ ਚਾਚਾ ਜੀ ਗੋਲੀ ਖਾਣ ਜਾਂ ਦੁੱਧ ਦਾ ਘੁੱਟ ਪੀਣ ਲਈ ਉਸ ਦੇ ਸਹਾਰ ਨਾਲ ਉੱਠਦੇ ਸਨ, ਉਹ ਬਾਹੀ ਦਾ ਸਹਾਰਾ ਲੈ ਕੇ ਇੱਕੋ ਝਟਕੇ ਨਾਲ ਉੱਠ ਕੇ ਬਹਿ ਗਏ ਤੇ ਹੁੱਕਾ ਪੀਣ ਲੱਗੇ।
ਫਿਰ ਉਹਨਾਂ ਨੂੰ ਇੰਨੀ ਜ਼ੋਰ ਦੀ ਖੰਘ ਛਿੜੀ ਕਿ ਉਹ ਬੇਹਾਲ ਹੋ ਕੇ ਮੂੰਹ ਮੰਜੇ ਉੱਤੇ ਲੇਟ ਗਏ। ਉਧਰੋਂ ਚਾਚੀ ਤੇ ਭੈਣ ਗੋਮਤੀ ਆ ਗਈਆਂ। ਉਹ ਗੁਰਦੇਵ ਸ਼ਰਮਸਾਰ ਹੋਇਆ ਉਹਨਾਂ ਦੇ ਮੂੰਹ ਵਿੱਚ ਦਵਾਈ ਪਾ ਰਿਹਾ ਸੀ। ਜ਼ਰਾ ਸੰਭਲੇ ਤਾਂ ਉਹਨਾਂ ਦਾ ਪਹਿਲਾ ਸਵਾਲ ਸੀ ਕਿ ਪੂਰੂ ਕਿੱਥੇ ਹੈ। ਚਾਚੀ ਨੇ ਇਹ ਕਹਿ ਕੇ ਕਿ ਉਹ ਨਿੰਮ ਹੇਠ ਪਿਆ ਹੈ ਪੁੱਛਿਆ ਕਿ ਕੀ ਉਹ ਉਸਨੂੰ ਵੀ ਹੁੱਕਾ ਭਰ ਦੇਣ। ਉਸ ਦੀ ਗੱਲ ਸੁਣ ਕੇ ਚਾਚਾ ਜੀ ਮੁਸਕੜੀਆਂ ਹੱਸੇ ਤੇ ਫੇਰ ਪਾਸਾ ਲੈ ਕੇ ਲੇਟ ਗਏ। ਫਿਰ ਚਾਚਾ ਜੀ ਜਾਗੇ ਤਾਂ ਉਹਨਾਂ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਹ ਉਹਨਾਂ ਦੀ ਮੇਮਨੂੰ ਨੂੰ ਚਿੱਠੀ ਲਿਖ ਰਿਹਾ ਹੈ ਤੇ ਪੁੱਛਿਆ ਕਿ ਕੀ ਉਹਨਾਂ ਕੁਝ ਲਿਖਵਾਉਣਾ ਹੈ। ਉਹਨਾਂ ਕਿਹਾ ਕਿ ਉਹ ਬੱਚਿਆਂ ਨੂੰ ਪਿਆਰ ਅਤੇ ਅਸੀਸਾਂ ਲਿਖ ਦੇਵੇ। ਉਹਨਾਂ ਕਿਹਾ ਕਿ ਉਸ ਦੀ ਚਾਚੀ ਕੋਲ ਚਾਂਦੀ ਦੇ ਮੁਲਕਾਂ ਵਾਲੇ 5 ਰੁਪਏ ਹਨ, ਉਹ ਉਹਨਾਂ ਵਿੱਚੋਂ 2 ਲਿਜਾ ਕੇ ਬੱਚਿਆਂ ਨੂੰ ਇੱਕ ਦੇ ਦੇਵੇ। ਕੈਥਰੀਨ ਵਾਸਤੇ ਉਹ ਦਾਦੀ ਵਾਲੀ ਆਰਸੀ ਲੈ ਜਾਵੇ। ਇੱਕ ਉਸ ਕੋਲ ਉਸਦੇ ਬਾਪ ਦੇ ਹਿੱਸੇ ਦੀ ਗੁਲਾਬ ਪਾਸ਼ੀ ਹੈ ਜੋ ਆਪਣੇ ਖਾਨਦਾਨ ਦੀ ਨਿਸ਼ਾਨੀ ਹੈ। ਮੁਕਟ ਉਸਦੀ ਦਾਦੀ ਨੇ ਗੋਮਤੀ ਨੂੰ ਦੇ ਦਿੱਤਾ ਸੀ। ਇਹ ਨਿਸ਼ਾਨੀ ਕਾਹਦੀ ਹੈ? ਖਾਨਦਾਨ ਬਣਦੇ ਨੇ ਟੁੱਟ ਜਾਂਦੇ ਨੇ, ਕੋਈ ਕਿਤੇ ਚਲਾ ਗਿਆ ਕੋਈ ਕਿਤੇ, ਸਭ ਖਿੱਲਰ ਜਾਂਦੇ ਹਨ, ਜਗ ਮੇਲਾ ਵਿਛੜ ਜਾਂਦਾ ਹੈ। ਇਹ ਕਹਿੰਦਿਆਂ ਉਹ ਰੋਣ ਲੱਗ ਪੈਂਦੇ ਹਨ। ਉਸ ਗੁਰਦੇਵ ਨੇ ਉਸਨੂੰ ਪਹਿਲੀ ਵਾਰ ਰੋਦਿਆਂ ਦੇਖਿਆ ਹੈ। ਫਿਰ ਉਹ ਹੰਝੂ ਪੂੰਝ ਕੇ ਉਸਨੂੰ ਕਹਿੰਦੇ ਹਨ ਕਿ ਉਹ ਚਾਚੀ ਨੂੰ ਕਹੇ ਕਿ ਉਹ ਪੂਰੂ ਮੋਹਰੇ ਕੁੱਟ ਕੁ ਦੁੱਧ ਤੇ ਪਾਣੀ ਰੱਖ ਦੇਵੇ, ਖਬਰੇ ਅੰਦਰ ਕੁਝ ਲੰਘ ਹੀ ਜਾਵੇ। ਭੈਣ ਗੋਮਤੀ ਆ ਕੇ ਦੱਸਦੀ ਹੈ ਕਿ ਪੂਰੂ ਕੋਲੋਂ ਤਾਂ ਬੋ ਆਉਣ ਲੱਗ ਪਈ ਹੈ। ਇਹ ਸੁਣ ਕੇ ਚਾਚਾ ਜੀ ਦਾ ਚਿਹਰਾ ਇੱਕਦਮ ਉਦਾਸ ਹੋ ਜਾਂਦਾ ਹੈ। ਉਸ ਗੁਰਦੇਵ ਨੂੰ ਲੱਗਾ ਕਿ ਸ਼ਾਇਦ ਚਾਚਾ ਜੀ ਨੂੰ ਵੀ ਆਪਣੇ ਸਰੀਰ ਵਿੱਚੋਂ ਬੋ ਆਉਂਦੀ ਮਹਿਸੂਸ ਹੋਣ ਲੱਗ ਪਈ ਹੋਵੇਗੀ। ਉਹ ਪੁੱਛਦੇ ਹਨ ਕਿ ਕੀ ਉਸ ਦਾ ਮੂੰਹ ਸੁੱਜਣ ਤੇ ਨਹੀਂ ਲੱਗ ਪਿਆ। ਉਸ ਗੁਰਦੇਵ ਨੇ ਉੱਤਰ ਦਿੱਤਾ ਕਿ ਨਹੀਂ, ਉਹਨਾਂ ਦਾ ਚਿਹਰਾ ਅੱਗੇ ਨਾਲੋਂ ਚੰਗਾ ਲੱਗ ਰਿਹਾ ਹੈ। ਉਹ ਹੈਰਾਨੀ ਨਾਲ ਲੰਮਾ ਸਾਹ ਖਿੱਚਦੇ ਹਨ ਤੇ ਜ਼ਰਾ ਗਾਉਣ ਵਾਲੇ ਸੁਰ ਵਿੱਚ ਬੋਲਦੇ ਹਨ, ਅਰਜਨ ਛੇੜ ਗਡੀਰ ਨਾ ਭਲੀ ਕਰਨਗੇ ਰਾਮ, ਤੇ ਆਪਣੇ ਚਿਹਰੇ ਉੱਤੇ ਸੋਜ ਨੂੰ ਹੱਥ ਨਾਲ ਢੋ ਕੇ ਮਹਿਸੂਸ ਕਰਦੇ ਹਨ। ਅਰਜਨ ਛੇੜ ਗਡੀਰਨਾ ਉਹਨਾਂ ਦੇ ਇਲਾਕੇ ਦੇ ਇੱਕ ਭੁੱਲੇ ਵਿਸਰੇ ਕਵੀ ਦੀ ਲਿਖੀ ਮਹਾਭਾਰਤ ਦੀ ਇੱਕ ਤੁਕ ਹੈ, ਜਿਸ ਵਿੱਚ ਭਗਵਾਨ ਕ੍ਰਿਸ਼ਨ ਅਰਜਨ ਨੂੰ ਹੌਸਲਾ ਦਿੰਦੇ ਹੋਏ ਕਹਿੰਦੇ ਹਨ ਕਿ ਉਹ ਆਪਣਾ ਰਥ ਯੁੱਧ ਭੂਮੀ ਨੂੰ ਲੈ ਚਲੇ, ਪਰ ਚਾਚਾ ਜੀ ਦਾ ਇਸ਼ਾਰਾ ਦੂਸਰੇ ਲੋਕ ਵੱਲ ਜਾਣ ਲਈ ਹੁੰਦਾ ਹੈ। ਉਹ ਗੁਰਦੇਵ ਚਾਚਾ ਜੀ ਨੂੰ ਪੁੱਛਦਾ ਹੈ ਕਿ ਉਹਨਾਂ ਨੂੰ ਨੀਂਦ ਕਿਹੋ ਜਿਹੀ ਆਈ ਹੈ। ਚਾਚਾ ਜੀ ਫਾਰਸੀ ਦਾ ਇੱਕ ਸ਼ੇਰ ਪੜ੍ਹਦੇ ਹਨ, ਜਿਸ ਦਾ ਅਰਥ ਹੈ ਕਿ ਜਦੋਂ ਮੈਂ ਜਾਗਦਾ ਹਾਂ ਤਾਂ ਮੈਨੂੰ ਸੋਚਾਂ ਤੰਗ ਕਰਦੀਆਂ ਹਨ, ਪਰੰਤੂ ਜਦੋਂ ਸੌਂਦਾ ਹਾਂ ਤਾਂ ਸੁਪਨੇ ਪਰੇਸ਼ਾਨ ਕਰਦੇ ਹਨ ਕਿਉਂਕਿ ਮੇਰਾ ਮਹਿਬੂਬ ਕੋਲ ਨਹੀਂ। ਚਾਚਾ ਜੀ ਦੱਸਦੇ ਹਨ ਕਿ ਉਹਨਾਂ ਨੂੰ ਸੁਪਨੇ ਬਹੁਤ ਪਰੇਸ਼ਾਨ ਕਰਦੇ ਹਨ। ਇੱਕੋ ਸੁਪਨਾ ਵਾਰ-ਵਾਰ ਆਈ ਜਾਂਦਾ ਹੈ। ਸੁਪਨੇ ਵਿੱਚ ਇੱਕ ਅੰਨਾ ਖੂਹ ਦਿਖਾਈ ਦਿੰਦਾ ਹੈ, ਜਿਸ ਦੀ ਮੌਣ ਉੱਤੇ ਉਹ ਇੱਟਾਂ ਨੂੰ ਫੜ ਕੇ ਬੈਠਾ ਹੈ। ਕੋਈ ਸ਼ਕਤੀ ਉਸਨੂੰ ਅੰਦਰ ਨੂੰ ਧੱਕੀ ਜਾਂਦੀ ਹੈ। ਉਹ ਮੌਣ ਨੂੰ ਚਿੰਬੜਦਾ ਹੈ ਤਾਂ ਸ਼ਕਤੀ ਉਹਨਾਂ ਨੂੰ ਇੱਟਾਂ ਸਮੇਤ ਅੰਦਰ ਸੁੱਟ ਦਿੰਦੀ ਹੈ। ਡਰ ਨਾਲ ਅੱਖ ਖੁੱਲ ਜਾਂਦੀ ਹੈ। ਉਸ ਸਮੇਂ ਉਹਨਾਂ ਦਾ ਸਾਹ ਨਾਲ ਸਾਹ ਨਹੀਂ ਰਲ ਰਿਹਾ ਹੁੰਦਾ। ਉਸ ਗੁਰਦੇਵ ਨੇ ਉਹਨਾਂ ਨੂੰ ਕਿਹਾ ਕਿ ਉਹ ਗੋਮਤੀ ਤੇ ਚਾਚੀ ਦਾ ਫਿਕਰ ਨਾ ਕਰਨ। ਗੋਮਤੀ ਦੁੱਧ ਲਿਆਉਂਦੀ ਹੈ ਪਰ ਉਹ ਪੀਣ ਲਈ ਨਹੀਂ ਮੰਨਦੇ। ਫਿਰ ਉਹ ਉਸਨੂੰ ਆਪਣੀ ਵਸੀਅਤ ਲਿਖਣ ਲਈ ਕਹਿੰਦੇ ਹਨ ਤੇ ਅੱਖਾਂ ਬੰਦ ਕਰਕੇ ਬੋਲਦੇ ਹਨ ਕਿ ਉਸਦੇ ਮਰਨ ਮਗਰੋਂ ਉਸਦੀ ਹਰ ਚੀਜ਼ ਦੀ ਮਾਲਕ ਠਾਕਰੀ ਹੋਵੇਗੀ। ਉਸ ਤੋਂ ਮਗਰੋਂ ਗੋਮਤੀ, ਉਸਦੇ ਮਰਨ ਮਗਰੋਂ ਕਿਸੇ ਬ੍ਰਾਹਮਣ ਨੂੰ ਕੋਈ ਪੁੰਨ ਦਾਨ ਨਾ ਕੀਤਾ ਜਾਵੇ, ਸਰਾਧ ਵੀ ਨਾ ਕੀਤਾ ਜਾਵੇ। ਫੁੱਲ ਗੰਗਾ ਦੀ ਥਾਂ ਸਤਲੁਜ ਵਿੱਚ ਉੱਥੇ ਪਾਏ ਜਾਣ ਜਿੱਥੇ ਭਗਤ ਸਿੰਘ ਦੇ ਪਾਏ ਸਨ। ਉਹ ਗੁਰਦੇਵ ਉਸ ਦੀ 2 ਕਿੱਲੇ ਜ਼ਮੀਨ ਵੇਚ ਕੇ ਚਾਚੀ ਨੂੰ ਦੇ ਦੇਵੇ। ਇੱਕ ਚੰਗੀ ਖਾਸੀ ਰਕਮ ਦੀ ਡੀ ਹੈ, ਉਹ ਉਸ ਗੁਰਦੇਵ ਨੂੰ ਦਿੰਦੇ ਹਨ। ਉਹ ਉਸਦੇ ਵਿਆਜ ਨਾਲ ਪਿੰਡ ਦੇ ਬੱਚਿਆਂ ਨੂੰ ਕਿਤਾਬਾਂ ਲੈ ਦਿਆ ਕਰੇ। ਉਹ ਉਸਨੂੰ ਕਹਿੰਦੇ ਹਨ ਕਿ ਨਤੀਜਾ ਨਿਕਲਣ ਤੇ ਉਹ ਹਰ ਸਾਲ ਪਿੰਡ ਆਵੇ। ਉਹ ਉਸ ਘਰ ਦੇ ਇੱਕ ਹਿੱਸੇ ਨੂੰ ਲਾਇਬ੍ਰੇਰੀ ਬਣਾ ਦੇਵੇ ਤੇ ਉਸਦਾ ਨਾਂ ਉਹ ਆਪਣੇ ਦਾਦੇ ਦੇ ਨਾਂ ਤੇ ਰੱਖੇ। ਉਹ ਉਹਨਾਂ ਦੇ ਨਾਂ ਨਾਲ ਪੰਡਿਤ ਨਾ ਲਾਵੇ ਤੇ ਸਿਰਫ ਹਕੀਮ ਲੱਭੂ ਰਾਮ ਹੀ ਲਿਖੇ। ਉਹ ਹਰ ਸਾਲ ਆਪਣੇ ਦੇਸ਼, ਆਪਣੇ ਪਿੰਡ ਮਾਨੂਪੁਰ ਆਵੇ। ਉਹ ਇਸ ਧਰਤੀ, ਇਸ ਮਿੱਟੀ ਨੂੰ ਨਾ ਭੁੱਲੇ। ਇਹ ਬੋਲਦੇ ਬੋਲਦੇ ਚਾਚਾ ਜੀ ਰੋ ਪਏ ਤੇ ਉਹ ਭੁੱਲ ਗਏ ਕਿ ਉਹ ਵਸੀਅਤ ਲਿਖਵਾ ਰਹੇ ਹਨ। ਅਸਲ ਵਿੱਚ ਉਹ ਵਸੀਅਤ ਲਿਖਵਾ ਹੀ ਨਹੀਂ ਸਨ ਰਹੇ।
ਉਹ ਤਾਂ ਇੱਕ ਆਪਣੇ ਅੰਦਰ ਪੈਦਾ ਹੋਇਆ ਗੁਬਾਰ ਕੱਢ ਰਹੇ ਸਨ। ਉਹ ਗੁਰਦੇਵ ਕੈਥਰੀਨ ਨੂੰ ਸੰਬੋਧਨ ਕਰਕੇ ਕਹਿੰਦਾ ਹੈ ਕਿ ਕੀ ਉਸਨੂੰ ਯਾਦ ਹੈ ਕਿ ਉਹ ਇੱਕ ਵਾਰ ਰਾਤ ਨੂੰ ਸ਼ਰਾਬੀ ਹੋਇਆ ਇਕੱਲਾ ਪਿਆ ਬੋਲੀ ਜਾ ਰਿਹਾ ਸੀ, ਸੇ ਸਲੋਦੀ ਸਰਵਰਪੁਰ ਗੋ ਕੋਸਲਾ ਮਾਨੂਪੁਰ। ਉਸਨੇ ਇਸ ਨੂੰ ਪੰਜਾਬੀ ਦਾ ਕੋਈ ਲੋਕ ਗੀਤ ਸਮਝਿਆ ਸੀ, ਪਰ ਉਸਨੇ ਉਸਨੂੰ ਦੱਸਿਆ ਸੀ ਕਿ ਇਹ ਲੋਕ ਗੀਤ ਨਹੀਂ, ਇਹ ਤਾਂ ਉਸਦੇ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਹਨ ਜੋ ਇਸ ਤਰ੍ਹਾਂ ਇਕੱਠੇ ਲਏ ਜਾਂਦੇ ਹਨ। ਮੇਰੇ ਇਹਨਾਂ ਪਿੰਡਾਂ ਦੇ ਨਾਂ ਮੇਰੇ ਅੰਦਰੋਂ ਮੋਹ ਦਾ ਸੂਰ ਬਣ ਕੇ ਨਿਕਲ ਰਹੇ ਸਨ। ਲੋਕ ਗੀਤ ਇਸੇ ਤਰ੍ਹਾਂ ਬਣਦੇ ਹਨ। ਇਹ ਉਹਨਾਂ ਦੇ ਪਛੜੇ ਦੇਸ਼ਾਂ ਦੀ ਪੂੰਜੀ ਹੈ। ਉਸਨੇ ਹੋਰ ਲਿਖਿਆ ਕਿ ਉਸਦੀਆਂ ਤੇ ਉਸਦੇ ਚਾਚਾ ਜੀ ਦੀਆਂ ਇਹ ਗੱਲਾਂ ਬੜੀਆਂ ਭਾਵਕ ਤੇ ਕਮਲੀਆਂ ਜਿਹੀਆਂ ਹਨ। ਸੂਝਵਾਨਾਂ ਨੂੰ ਇਹ ਮੂਰਖਾਂ ਵਾਲੀਆਂ ਵੀ ਲੱਗ ਸਕਦੀਆਂ ਹਨ, ਪਰ ਜੇਕਰ ਇਸ ਧਰਤੀ ਅਤੇ ਇਸ ਘਰ ਵਿੱਚ ਉਸਨੂੰ ਮਰਨਾ ਪਿਆ ਤਾਂ ਇਸ ਵੇਲੇ ਉਸਦਾ ਦਿਲ ਕਰਦਾ ਹੈ ਕਿ ਉਹ ਵੀ ਇਹੋ ਜਿਹੀਆਂ ਗੱਲਾਂ ਹੀ ਕਰਦਾ। ਉਹ ਵੀ ਸ਼ਾਇਦ ਆਪਣੀ ਧਰਤੀ ਉੱਤੇ ਇਹੋ ਜਿਹਾ ਹੀ ਕੁਝ ਸੋਚੇ। ਇਸ ਸੋਚ ਵਿੱਚ ਬਹੁਤ ਹੀ ਸੁੱਖ ਸੁਆਦ ਹੈ। ਇਸ ਵਿੱਚ ਬਹੁਤ ਸਾਰਾ ਦੁੱਖ ਵੀ ਰਲਿਆ ਹੋਇਆ ਹੈ। ਉਹ ਨਹੀਂ ਚਾਹੁੰਦਾ ਕਿ ਉਹ ਮਲਕਾ ਵਾਲੇ ਚਾਂਦੀ ਦੇ 2 ਰੁਪਏ ਲਿਆ ਕੇ ਆਪਣੇ ਬੱਚਿਆਂ ਨੂੰ ਦੇ ਕੇ ਇਹ ਸੁੱਖ ਤੇ ਦੁੱਖ ਦੇਵੇ ਅਤੇ ਫਿਰ ਉਹ ਅੱਗੋਂ ਆਪਣੇ ਬੱਚਿਆਂ ਨੂੰ ਦੇਣ। ਉਹ ਇਸ ਬਾਰੇ ਦੱਸੇ ਕਿ ਉਸਦਾ ਕੀ ਖਿਆਲ ਹੈ।